ਪਿਆਰੇ ਵਿਦਿਆਰਥੀਓ, ਤੁਹਾਨੂੰ ਇੱਕ ਹੋਰ ਬਜ਼ੁਰਗ ਵਿਦਿਆਰਥੀ ਦਾ ਸਲਾਮ, ਸਤਨਾਮ, ਵਾਹਿਗੁਰੂ ਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੇ ਸਿੱਖ ਬਣਾਏ ਸੀ ਸਿੱਖਣ ਲਈ, ਤੇ ਹੁਣ ਸਿੱਖ ਇੱਕ ਦੂਜੇ ਨੂੰ ਸਿਖਾਉਣ ਲੱਗ ਗਏ। ਤੇ ਗੁਰੂ ਦੀ ਲਿਖਤਾਂ ਤੇ ਕਿੰਤੂ ਪਰੰਤੂ ਕਰਨ ਲੱਗ ਗਏ। ਤੇ ਸਿੱਖ ਜਿਹੜਾ ਹੈ ਉਹ ਸਿੱਖ ਦੇ ਘਰ ਪੈਦਾ ਹੋ ਕੇ ਨਹੀਂ ਸਿੱਖ ਬਣਦਾ। ਇਹ ਕਮਾਈ ਹੈ। ਇਹ ਕਮਾਈ ਬਾਬਾ ਬੁੱਢਾ ਜੀ ਨੇ ਕੀਤੀ, ਇਹ ਕਮਾਈ ਭਾਈ ਗੁਰਦਾਸ ਜੀ ਨੇ ਕੀਤੀ, ਇਹ ਕਮਾਈ ਭਾਈ ਲਹਿਣਾ ਜੀ ਨੇ ਕੀਤੇ ਤੇ ਗੁਰੂ ਅਮਰਦਾਸ ਬਣੇ, ਗੁਰੂ ਅੰਗਦ ਦੇਵ ਜੀ ਬਣੇ। ਇਹ ਕਮਾਈ ਗੁਰੂ ਅਮਰਦਾਸ ਜੀ ਨੇ ਕੀਤੀ, ਇਹ ਕਮਾਈ ਭਾਈ ਜੇਠਾ ਜੀ ਨੇ ਕੀਤੀ। ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਜੀ ਬਣੇ। ਤੇ ਜਿਹੜੀ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ, ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਜਿਹੜਾ ਸਫ਼ਰ ਹੈ, ਇਹ ਬਹੁਤ ਹੀ ਵਿਲੱਖਣ ਸਫ਼ਰ ਹੈ। ਤੇ ਸਾਡੇ ਅਜੋਕੇ ਵਿਦਵਾਨ ਜਿਹੜੇ ਪਿਛਲੇ 110-15 ਸਾਲ ਤੋਂ ਇਹ ਚੱਲ ਰਹੀ ਹੈ ਵੀ ਆਪਾਂ ਸ਼ੰਕੇ ਖੜੇ ਕਰਨੇ, ਨਿੰਦਾ ਖੜੀ ਕਰਨੀ। ਤੇ ਗੁਰੂ ਗ੍ਰੰਥ ਸਾਹਿਬ ਜਾਣਿਓ, ਸਾਰੇ ਤਰ੍ਹਾਂ ਦੇ ਪਾਪੀ ਬਖਸ਼ ਲਏ, ਇੱਕ ਅਕਿਰਤਗਣ ਤੇ ਨਿੰਦਕ ਇਹ ਨਹੀਂ ਬਖਸ਼ੇ ਗਏ। ਜਿਹੜਾ ਬੰਦਾ ਗੁਰੂ ਦੀ ਲਿਖਤ ਤੇ ਸ਼ੱਕ ਕਰੇ ਉਹ ਸ਼ੱਕੀ ਹੋ ਸਕਦਾ, ਸਿੱਖ ਨਹੀਂ ਹੋ ਸਕਦਾ। ਫਿਰ ਉਹ ਲਿਖੇ ਕੀ ਇਹ ਗੁਰੂ ਲਿਖ ਸਕਦਾ ਹੈ, ਮਤਲਬ ਕਿ ਉਹ ਆਪਣੇ ਲੈਵਲ ਤੇ ਗੁਰੂ ਦੀ ਸੋਚ ਨੂੰ ਲਿਆ ਰਿਹਾ ਵੀ ਇਹ ਕੀ ਗੁਰੂ ਲਿਖ ਸਕਦਾ ਹੈ। ਉਹ ਮੈਂ ਬਾਅਦ ਚ ਆਵਾਂਗਾ। ਗੁਰੂ ਸਭ ਕੁਝ ਲਿਖ ਸਕਦਾ ਹੈ, ਸਰਵ ਕਲਾ ਸਮਰੱਥ ਹੈ। ਸਾਡੇ ਗੁਰੂ ਗ੍ਰੰਥ ਸਾਹਿਬ 'ਚ, ਦਸਮ ਗ੍ਰੰਥ ਸਾਹਿਬ 'ਚ, ਭਾਈ ਗੁਰਦਾਸ ਜੀ, ਇਹਨਾਂ 'ਚ ਅਨੇਕਾਂ ਹੀ ਮੈਥੋਲੋਜੀਕਲ ਰੈਫਰੈਂਸ ਨੇ, ਮਿਥਿਹਾਸਕ ਜਿਹੜੇ ਪਾਤਰ ਨੇ ਉਹਨਾਂ ਦੇ ਰੈਫਰੈਂਸ ਨੇ। ਬਸ ਉਹਨਾਂ ਨੂੰ ਪੜ੍ਹਦਿਆਂ ਸਾਰੀ ਸਾਡੇ ਜਿਹੜੇ ਨਵੀਂ ਪਨੀਰੀ ਹੈ ਖਰੜ ਗਿਆਨੀਆਂ ਦੀ, ਉਹਨੂੰ ਬੁਖਾਰ ਆ ਜਾਂਦਾ ਅਤੇ ਉਹ ਫਿਰ ਤੁਹਾਡੇ ਮਨਾਂ 'ਚ ਸ਼ੱਕ ਪਾ ਦੇਣਗੇ ਵੀ ਇਹ ਤਾਂ ਬ੍ਰਾਹਮਣਵਾਦ ਹੈ। ਅਤੇ ਅੱਜ ਕੱਲ੍ਹ ਬ੍ਰਾਹਮਣ ਵੀ ਬੜੇ ਹੈਰਾਨ ਹੋ ਰਹੇ ਨੇ ਵੀ ਆਹ ਪਤਾ ਨਹੀਂ ਕਿਹੜਾ ਬ੍ਰਾਹਮਣਵਾਦ ਸਿਖਾ ਰਹੇ। ਹੁਣ ਇਹਨਾਂ ਤੋਂ ਸਿੱਖੀਏ ਜਾ ਕੇ ਬ੍ਰਾਹਮਣਵਾਦ ਕੀ ਹੁੰਦਾ। ਗੁਰੂ ਨੇ ਤਾਂ ਬ੍ਰਾਹਮਣ ਨੂੰ ਡਿਫਾਈਨ ਕੀਤਾ ਹੈ, ਬ੍ਰਾਹਮਣ ਸੋਈ ਜੋ ਬਿੰਦੇ ਬ੍ਰਹਮ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਵੀ, ਦਸਮ ਗ੍ਰੰਥ ਸਾਹਿਬ 'ਚ ਵੀ ਪਰਿਭਾਸ਼ਿਤ ਕੀਤੇ ਨੇ ਵੀ ਯੋਗੀ ਬਣਨਾ ਤਾਂ ਇਸ ਤਰ੍ਹਾਂ ਦਾ ਬਣ, ਸੰਨਿਆਸੀ ਬਣਨਾ ਐਸਾ ਬਣ, ਕਾਜ਼ੀ ਬਣਨਾ ਐਸਾ ਬਣ, ਪੰਡਤ ਬਣਨਾ ਐਸਾ ਬਣ, ਤੇ ਬ੍ਰਾਹਮਣ ਬਣਨਾ ਐਸਾ ਬਣ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਭਾਈ ਬ੍ਰਾਹਮਣ ਵੀ ਬਣ ਜਾ, ਯੋਗੀ ਵੀ ਬਣ ਜਾ, ਪੰਡਤ ਵੀ ਬਣ ਜਾ, ਕਾਜ਼ੀ ਵੀ ਬਣ ਜਾ, ਪਰ ਸਿੱਖ ਨਾ ਬਣੀ। ਕਿ ਗੁਰੂ ਸਾਹਿਬ ਨੇ ਟਕਰਾਓ ਨਹੀਂ ਰੱਖਿਆ ਕਿਤੇ। ਉਹਨਾਂ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਕਿਹਾ। ਉਹ ਇਹ ਕਹਿੰਦੇ ਨੇ ਜਿਹੜੀਆਂ ਬੁਰਾਈਆਂ ਨੇ ਨਾ ਉਹਨਾਂ ਦੀ ਗੱਲ ਕਰ ਰਹੇ ਨੇ, ਅਤੇ ਨਾਲ ਹੀ ਆਪਣਾ ਫਲਸਫਾ ਦੇ ਰਹੇ ਨੇ। ਆਪਣਾ ਫਲਸਫਾ ਦੇ ਕੇ ਕਹਿੰਦੇ ਜਿਹਨੂੰ ਮੇਰੇ ਵਾਲਾ ਚੰਗਾ ਲੱਗੇ ਉਹ ਇੱਧਰ ਆ ਜਾਏ, ਵਰਨਾ ਉਹ ਅੱਛਾ ਹਿੰਦੂ ਬਣੇ, ਅੱਛਾ ਮੁਸਲਮਾਨ ਬੱਚੇ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਗੁਰੂ ਸਾਹਿਬ ਜਦੋਂ ਬਗਦਾਦ ਗਏ ਨੇ ਅਤੇ ਉਹਨਾਂ ਨੂੰ ਸਵਾਲ ਕੀਤਾ ਗਿਆ, ਮਹਾਰਾਜ ਇਹ ਸਾਰੀ ਜਿਹੜਾ ਸਾਡਾ ਸ਼ਹਿਰ ਹੈ ਇਹ ਮੁਸਲਮਾਨਾਂ ਨਾਲ ਭਰਿਆ, ਅਤੇ ਤੁਹਾਨੂੰ ਕੀ ਇਹ ਆਉਣ ਦੀ ਲੋੜ ਸੀ। ਅਤੇ ਗੁਰੂ ਸਾਹਿਬ ਨੇ ਇਹ ਵੀ ਨਹੀਂ ਕਿਹਾ ਕਿ ਵੀ ਮੈਂ ਤਾਂ ਤੁਹਾਨੂੰ ਸੁਧਾਰਨ ਆਇਆ,
ਗੁਰੂ ਸਾਹਿਬ ਕਹਿੰਦੇ ਜੇ ਕੋਈ ਸੱਚਾ ਮੁਸਲਮਾਨ ਹੁੰਦਾ ਤਾਂ ਮੈਨੂੰ ਆਉਣ ਦੀ ਲੋੜ ਨਹੀਂ ਸੀ। ਫਿਰ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ, ਮਹਾਰਾਜ ਅਲੀ ਵੱਡਾ ਸੀ ਕਿ ਮੁਹੰਮਦ ਸਾਹਿਬ ਵੱਡੇ ਸਨ? ਹੁਣ ਸ਼ੀਆ ਸੁੰਨੀ ਦੀ ਇੱਕ ਟਕਰਾਅ ਆ, ਇਹ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਬਣਦੀ ਹੈ ਕਿ ਗੁਰੂ ਕਿਵੇਂ ਟਕਰਾਅ ਨੂੰ ਟਾਲਦੇ ਹੈ। ਉਹ ਕਹਿੰਦੇ ਵੀ ਅਲੀ ਜਿਹੜਾ ਸੀ ਉਹ ਤਲਵਾਰ ਦਾ ਧਨੀ ਸੀ, ਮੁਹੰਮਦ ਸਾਹਿਬ ਜਿਹੜੇ ਨੇ ਉਹ ਸ਼ਬਦ ਦੇ ਧਨੀ ਸਨ। ਅਤੇ ਹੁਣ ਜਦੋਂ ਤੁਸੀਂ ਕੁਰਾਨ ਮਜੀਦ ਪੜ੍ਹੋਗੇ, ਉਹਦੇ ਜਿਹੜੀਆਂ ਮੱਕੇ ਦੀਆਂ ਆਇਤਾਂ ਨੇ ਅਤੇ ਮਦੀਨੇ ਦੀਆਂ ਆਇਤਾਂ, ਦੋਵਾਂ 'ਚ ਫਰਕ ਹੈ। ਮੱਕੇ ਦੀਆਂ ਆਇਤਾਂ ਅਤੇ ਮਦੀਨੇ ਦੀਆਂ ਆਇਤਾਂ ਜੋ ਫਰਕ ਹੈ ਉਹੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ 'ਚ ਫਰਕ ਹੈ। ਕੋਈ ਨਵਾਂ ਧਰਮ ਜਿਹੜਾ ਉਤਪਤੀ ਹੁੰਦੀ ਹੈ ਉਹ ਜਲਦੀ ਕਿਤੇ ਟਕਰਾਓ ਨਹੀਂ ਕਰਦਾ। ਕਿਸੇ ਧਰਮ ਨੇ ਵੀ ਨਹੀਂ ਕੀਤਾ, ਇਸਲਾਮ ਨੇ ਵੀ ਨਹੀਂ ਕੀਤਾ ਸੀ, ਮੁਹੰਮਦ ਸਾਹਿਬ ਨੇ ਵੀ ਨਹੀਂ ਕੀਤਾ ਸੀ, ਮਦੀਨੇ ਜਾ ਕੇ ਸ਼ੁਰੂ ਕੀਤਾ। ਅਤੇ ਸਾਡੇ ਗੁਰੂਆਂ ਨੇ ਵੀ ਟਕਰਾਓ ਨਹੀਂ ਕੀਤਾ, ਪਹਿਲਾਂ ਸ਼ਹੀਦੀ ਦਿੱਤੀ ਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਸ਼ਹੀਦੀ ਸੀ। ਵਰਨਾ ਕਿਸੇ ਡਿਕਸ਼ਨਰੀ ਦੇਖ ਲਓ, ਸੰਸਕ੍ਰਿਤ ਹਿੰਦੀ ਡਿਕਸ਼ਨਰੀ 'ਚ ਲਫ਼ਜ਼ ਸ਼ਹੀਦ ਦਾ ਕੋਈ ਇਕੁਇਵਲੈਂਟ ਲਫ਼ਜ਼ ਨਹੀਂ ਮਿਲੇਗਾ ਤੁਹਾਨੂੰ। ਇਸ ਬਿਰਤਾਂਤ ਨੂੰ ਤੋੜਨ ਦੇ ਲਈ ਇੱਕ ਨਵਾਂ ਬਿਰਤਾਂਤ ਚਲਾਇਆ ਗਿਆ। ਉਹ ਬਿਰਤਾਂਤ ਚਲਾਉਣ ਵਾਲੇ ਸਾਡੇ ਸਿੱਖੀ ਸਰੂਪ ਦੇ ਦਰਸ਼ਨੀ ਸਿੱਖ ਵੀ ਨੇ। ਭਾਈ ਤਾਰੂ ਪੋਪਟ ਨੂੰ ਪਹਿਲਾ ਸ਼ਹੀਦ ਡਿਕਲੇਅਰ ਕੀਤਾ ਗਿਆ। ਅਤੇ ਜਦੋਂ ਭਾਈ ਗੁਰਦਾਸ ਪੜ੍ਹੋ ਅਤੇ ਭਾਈ ਗੁਰਦਾਸ ਦੀ ਜਿਹੜੀ ਵਿਆਖਿਆ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤ ਮਾਲਾ 'ਚ ਕੀਤੀ ਹੈ, ਅਤੇ ਤੁਹਾਨੂੰ ਪਤਾ ਲੱਗੇਗਾ ਵੀ ਤਾਰੂ ਪੋਪਟ ਸ਼ਹੀਦ ਸੀ ਕਿ ਕੌਣ ਸੀ। ਸੋ ਐਸੇ ਜਿਹੜੇ ਵਹਿਮ ਭਰਮ ਫੈਲਾਏ ਜਾਂਦੇ ਨੇ ਨਾ, ਉਹ ਵਹਿਮ ਰੀਤਾਂ ਤਾਂ ਹੋ ਸਕਦੀਆਂ ਨੇ, ਪਰ ਗ੍ਰੰਥਾਂ ਦੇ ਧਾਰਮਿਕ ਗ੍ਰੰਥਾਂ 'ਤੇ ਕਦੀ ਵੀ ਵਹਿਮ ਨਹੀਂ ਖੜ੍ਹੇ ਕੀਤੇ ਜਾ ਸਕਦੇ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਇਹ ਭਾਈ ਗੁਰਦਾਸ ਜ਼ਿਕਰ ਕਰਦੇ ਨੇ, ਪੁੱਛਿਆ ਮਹਾਰਾਜ ਹੁਣ ਕਿੰਨੀਆਂ ਪਾਤਸ਼ਾਹੀਆਂ ਹੋਰ? 6ਵੇਂ ਪਾਤਸ਼ਾਹ ਆਪ ਸਨ। ਉਹ ਇਹ ਵੀ ਕਹਿ ਸਕਦੇ ਸੀ 4, ਉਹਨਾਂ ਕਿਹਾ 2+2, 2 ਪਿਓ ਪੁੱਤਰਾਂ ਦੀ ਜੋੜੀਆਂ। ਗੁਰੂ ਹਰਿ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ। ਹੁਣ ਸਾਨੂੰ ਇਹ ਇੱਕ ਦਸਮ ਗ੍ਰੰਥ 'ਤੇ ਰੌਲਾ ਪਾਉਣ ਲਈ ਇਹ ਖੇਡ ਜਿਹੜੀ ਹੈ 1885 ਤੋਂ ਸ਼ੁਰੂ ਹੋਈ ਸੀ। ਜਨਮ ਸਾਖੀ ਭਾਈਵਾਲਾ 'ਤੇ, ਰਾਗਮਾਲਾ 'ਤੇ, ਭੱਟ ਬਾਣੀ 'ਤੇ, ਭਗਤ ਬਾਣੀ 'ਤੇ, ਵੀ ਸਾਰੀਆਂ ਚੀਜ਼ਾਂ ਕੱਢ ਦਿਓ। ਅਤੇ ਇਹ ਗੁਰੂ ਨਾਲੋਂ ਜਦੋਂ ਕੋਈ ਬੰਦਾ ਕਹੇ ਨਾ ਜੀ ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਲਿਆ ਔਰ ਸ਼ੁੱਧ ਟੀਕਾ ਕਰ ਲਿਆ, ਉਸ 'ਤੇ ਵਿਸ਼ਵਾਸ ਨਹੀਂ ਕਰਨਾ। ਕਿਉਂਕਿ ਜਿਸ ਬੰਦੇ ਨੂੰ 500 ਸਾਲ ਦਾ, ਜਿਹੜੇ 500 ਸਾਲ ਦੇ ਭਗਤ ਅਤੇ ਪ੍ਰੋਫਿਟ ਹੋਏ ਨੇ ਸਾਡੇ ਗੁਰੂ, ਉਹਨਾਂ ਦੀ ਅਵਸਥਾ 'ਚ ਜਾ ਕੇ ਤੱਕ ਤੁਸੀਂ ਕੁਝ ਸਮਝ ਸਕਦੇ ਹੋ, ਕੁਝ ਸਮਝ ਸਕਦੇ ਹੋ, ਪਰ ਉਹ ਅਵਸਥਾ 'ਚ ਨਹੀਂ ਜਾ ਸਕਦੇ, ਤੁਸੀਂ ਸ਼ੁੱਧ ਟੀਕਾ ਕਿੱਥੋਂ ਦਿਓਗੇ? ਤੋ ਇਹੋ ਜਿਹੇ ਵੀ ਦਾਅਵੇ ਸਾਡੇ ਸਕਾਲਰਸ ਨੇ ਕੀਤੇ। ਗੁਰੂ ਕਿੱਥੇ ਕਿੱਥੇ ਗਏ, ਕਿੱਥੇ ਕਿੱਥੇ ਉਹਨਾਂ ਨੇ ਕੀ ਕੀ ਕੌਤਕ ਵਰਤਾਏ, ਉਹ ਤੁਸੀਂ ਇੱਕ ਸਮੁੰਦਰ ਦੀ ਭਾਂਤੀ ਹੈ। ਅਰਨਸਟ ਹੈਮਿੰਗਵੇ ਹੋਇਆ, ਪੱਛਮ ਦਾ ਰਾਈਟਰ, ਉਹਨੇ ਖੋਜ ਦੇ ਬਾਰੇ ਦੱਸਿਆ ਵੀ ਮੈਂ ਖੋਜ ਕਰਦਾ ਜਿਹੜਾ ਇੱਕ ਸਮੁੰਦਰ ਦੇ ਵਿੱਚ ਬਰਫ਼ ਦਾ ਗੋਲਾ ਹੁੰਦਾ, ਪਹਾੜ 1/4 ਬਾਹਰ ਹੈ, 3/4 ਅੰਦਰ ਹੈ, ਅਤੇ ਬਾਹਰਲੇ ਨੂੰ ਦੇਖ ਕੇ ਹੇਠਾਂ ਦਾ ਜੇ ਪਤਾ ਨਾ ਲੱਗੇ, ਜੇ ਹੇਠਾਂ ਪਤਾ ਨਹੀਂ ਲੱਗਿਆ ਤਾਂ ਤੁਹਾਡੀ ਸਟੋਰੀ 'ਚ ਹੋਲ ਹੈ, ਮੋਰੀ ਹੈ, ਗਲਤ ਹੈ, ਉਹਦੇ 'ਚ ਨੁਕਸ ਹੈ। ਤਾਂ ਇਹ ਟੁੱਬੀ ਮਾਰਨ ਵਾਲੀ ਗੱਲ ਹੈ। ਅਥਾਹ ਸਮੁੰਦਰ ਜਿਹੜਾ ਮਾਨ ਸਰੋਵਰ ਹੈ ਨਾ ਗੁਰੂ ਦਾ,
ਉਹਦੇ 'ਚ ਟੁੱਬੀ ਮਾਰਨ ਦੀ ਜ਼ਰੂਰਤ ਹੈ। ਅਤੇ ਗੁਰਪ੍ਰਸਾਦ ਨਾਲ ਤੁਹਾਨੂੰ ਕਿੰਨੇ ਕੁ ਮੋਤੀ ਮਿਲਦੇ ਆ, ਹੀਰੇ ਮਿਲਦੇ ਜਾਂ ਸਿੱਪੀਆਂ ਮਿਲਦੀਆਂ ਜਾਂ ਰੇਤ ਹੀ ਹੱਥ ਆਉਂਦੀ ਹੈ, ਇਹ ਉਹਦੇ ਗੁਰਪ੍ਰਸਾਦ 'ਤੇ ਹੈ। ਡਿਗਰੀਆਂ ਨਾਲ ਨਹੀਂ, ਡਿਗਰੀਆਂ ਨਾਲ ਬਿਲਕੁਲ ਅਕਲ ਨਹੀਂ ਆਉਂਦੀ। ਨਹੀਂ ਤਾਂ ਤੁਸੀਂ ਦੇਖ ਲਓ, ਇੱਕੋ ਹੀ ਟੀਚਰ ਹੈ, 60-70 ਉਹਦੇ ਸਟੂਡੈਂਟ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇੱਥੇ ਫਿਰ ਉਹ ਛੱਜੂ ਝੂੜ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੱਲ ਆਉਂਦੀ। ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ, ਹੁਣ ਦੇਖ ਲਓ ਵੀ ਕਿੰਨੇ ਸਾਲ ਦੇ ਸੀ ਅਤੇ ਕਿਹੜੀ ਯੂਨੀਵਰਸਿਟੀ 'ਚ ਪੜ੍ਹਿਆ ਜਾਂ ਪੜ੍ਹੇ ਹੋਣਗੇ। ਇਹ ਗੁਰਪ੍ਰਸਾਦ ਹੈ, ਧੁਰੋਂ ਲੈ ਕੇ ਆਏ ਨੇ। ਇਸ ਦੀ ਤੁਰ ਦੱਸਦੇ ਹਾਂ ਕਿ ਦੁਆਪਰ 'ਚ ਤ੍ਰੇਤੇ 'ਚ ਆਉਂਦੇ ਨੇ ਰਾਮ ਚੰਦਰ ਜੀ। ਤੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਕਿ ਧਰਮ ਜਿਹੜਾ ਹੈ ਉਹ 3 ਪੈਰਾਂ 'ਤੇ ਖੜ੍ਹਾ, 1 ਪੈਰ ਗੁਆਚ ਗਿਆ। ਅਤੇ ਰਾਮ ਚੰਦਰ ਜੀ ਨੂੰ ਕਿੰਨੀ ਪਾਵਰ ਮਿਲੀ ਹੈ? 12 ਕਲਾ ਸੰਪੂਰਨ। 12 ਕਲਾ ਸੰਪੂਰਨ। ਅਤੇ ਕੁਝ ਦੇਰ ਬਾਅਦ ਹੀ ਦੁਆਪਰ ਆਉਂਦਾ ਹੈ। ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆਉਂਦੇ ਨੇ। ਧਰਮ ਰਹਿ ਗਿਆ 2 ਪੈਰਾਂ 'ਤੇ, ਇਸ ਲਈ ਦੁਆਪਰ ਹੈ। ਉਹ 16 ਕਲਾ ਸੰਪੂਰਨ ਕਰਕੇ ਭੇਜੇ। ਕ੍ਰਿਸ਼ਨ ਜੀ ਤੋਂ ਬਾਅਦ ਮਹਾਤਮਾ ਬੁੱਧ ਆਏ ਨੇ, ਫਿਰ ਮਹਾਂਵੀਰ ਜੈਨ ਆਏ ਨੇ। ਇਹਨਾਂ ਤੋਂ 2-2.5 ਹਜ਼ਾਰ ਸਾਲ ਬਾਅਦ ਗੁਰੂ ਬਾਬਾ ਨਾਨਕ ਜੀ ਆਉਂਦੇ ਨੇ। ਅਤੇ ਧਰਮ 1 ਪੈਰ 'ਤੇ ਖੜ੍ਹਾ ਹੈ। ਅਤੇ ਹੁਣ ਜਦੋਂ ਭਾਈ ਨੰਦ ਲਾਲ ਪੜ੍ਹਾਂਗੇ ਜਾਂ ਭਾਈ ਗੁਰਦਾਸ ਵੀ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿ ਗੁਰੂ ਨਾਨਕ ਸਰਵ ਕਲਾ ਸਮਰੱਥ ਕਰਕੇ ਭੇਜਿਆ ਸੀ। ਜੇ ਤਾਂ ਅਸੀਂ ਸਦਾ ਸਾਰੇ ਜਾਂ ਕੋਈ ਸਾਡੇ 'ਚੋਂ ਸਰਵ ਕਲਾ ਸਮਰੱਥ ਬਣ ਜੇ, ਫਿਰ ਤਾਂ ਗੁਰੂ ਨਾਨਕ ਬਾਣੀ 'ਤੇ ਕਿੰਤੂ ਕਰ ਸਕਦਾ ਹੈ। ਜੇ ਕਿਸੇ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਵਿਜ਼ਨ ਹੋਏ, 151 ਮੀਟਰ ਛੰਦ ਦਸਮ ਗ੍ਰੰਥ 'ਚ ਲੱਗੇ, 151 ਮੀਟਰ 22 ਰਾਗ, 22 ਰਾਗਾਂ 'ਚੋਂ ਇੱਕ ਪਰਜ ਅਤੇ ਇੱਕ ਅਡਾਨਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਬਾਕੀ ਐਵੇਂ ਜਿਹੜੇ ਛੰਦ ਨੇ 80 ਛੰਦ ਜਿਹੜੇ ਨੇ ਉਹ ਪਰੰਪਰਾਗਤ ਹੈ, ਬਾਕੀ ਉਹਨਾਂ ਦੇ ਆਪਣੀ ਇਨਵੈਂਸ਼ਨ। ਕੋਈ ਗ੍ਰੰਥ ਵਰਲਡ ਦਾ ਕੋਈ ਗ੍ਰੰਥ ਦਿਖਾ ਦਿਓ ਜਿਹੜਾ 151 ਮੀਟਰ ਲੱਗਿਆ। ਫਿਰ ਕੋਈ ਬ੍ਰਾਹਮਣ ਦਿਖਾ ਦਿਓ ਜਿਹਨੇ ਫਾਰਸੀ 'ਚ ਲਿਖਿਆ ਹੋਵੇ। ਜਾਪ ਸਾਹਿਬ ਫਾਰਸੀ ਵੀ ਹੈ, ਅਰੇਬਿਕ ਵੀ ਹੈ, ਸੰਸਕ੍ਰਿਤ ਵੀ ਹੈ। ਵਾਹਿਗੁਰੂ ਲਫ਼ਜ਼ ਹੈ, ਵਾਹ ਫਾਰਸੀ ਦਾ, ਗੁਰੂ ਸੰਸਕ੍ਰਿਤ ਦਾ। ਉਹਨਾਂ ਨੇ ਜਿਹੜੀ ਭਾਸ਼ਾ ਦੀ ਸੰਕੀਰਨਤਾ ਤੀ ਉਹ ਖਤਮ ਕੀਤੀ ਹੈ। ਅਤੇ ਦਸਮ ਗ੍ਰੰਥ ਇੱਕ ਐਸਾ ਵਿਸ਼ਾਲ ਗ੍ਰੰਥ ਹੈ ਜਿਸ ਦੇ ਵਿੱਚ ਕਈ ਗ੍ਰੰਥ ਸਮਿਲਿਤ ਨੇ, ਕਈ ਗ੍ਰੰਥ। ਜਦੋਂ ਕਿਉਂਕਿ ਸਾਡਿਆਂ ਨੇ ਪੜ੍ਹਿਆ ਨਹੀਂ, ਕਹਿੰਦਾ ਜਿਹਦਾ ਪਹਿਲਾ ਨਾਮ ਬਚਿੱਤਰ ਨਾਟਕ ਸੀ। ਮੈਂ ਉਹਨੂੰ ਕਿਹਾ ਵੀ ਇੱਕ ਵਾਰੀ ਤਤਕਰਾ ਹੀ ਪੜ੍ਹ ਲੈ ਦੁਬਾਰਾ। ਜਦੋਂ ਤਤਕਰਾ ਪੜ੍ਹੇਗਾ ਤਾਂ ਪਤਾ ਲੱਗੇਗਾ ਨਾ। ਪਾਠ ਬਹੁਤ ਸਮਾਗਮ ਹੋ ਰਿਹਾ ਸੀ ਸਾਬੋ ਕੀ ਤਲਵੰਡੀ, ਮੈਂ ਉੱਥੇ ਹਿੱਸਾ ਲੈਣ ਗਿਆ। ਉਹ ਇੱਕ ਨੇ ਮੈਨੂੰ ਪਾ ਤਾ, ਨਹੀਂ ਜੀ ਇਹ ਸ੍ਰੀ ਗੁਰੂ ਦਸਮ ਗ੍ਰੰਥ ਨਾਲ ਲਿਖਿਆ ਕਰੋ, ਇਹਦੇ ਨਾਲ ਭੁਲੇਖਾ ਪੈਂਦਾ। ਮੈਂ ਕਿਹਾ ਗੁਰੂ ਨੂੰ ਗੁਰੂ ਨਹੀਂ ਮੰਨਦਾ, ਇਹਦਾ ਗੁਰੂ ਦਸਮਵੇਂ ਗੁਰੂ ਨੂੰ ਗੁਰੂ ਨਹੀਂ ਮੰਨਦਾ। ਫਿਰ ਮੈਂ ਕਿਹਾ ਕਦੀ ਤੁਸੀਂ ਕੋਈ ਪੋਥੀ ਹੱਥ ਲਿਖਤ ਦੇਖੀ? ਬਾਬਾ ਵਿਨੋਦ ਸਿੰਘ ਦੀ ਪੋਥੀ ਦੇਖੋ। ਭੁਲੇਖਾ ਉਹਨੂੰ ਲੱਗਦਾ ਜਿਹਦੇ ਮਨ 'ਚ ਸ਼ੰਕੇ ਹੁੰਦੇ ਨੇ। ਵਰਨਾ ਜਿਹੜੀ ਪਹਿਲੀ ਪੋਥੀ ਤਿਆਰ ਹੋਈ ਨਾ, ਜਿਹੜੀ ਸੋਧਕ ਕਮੇਟੀ ਨੇ ਤਿਆਰ ਕੀਤੀ ਸੀ, ਅਤੇ ਜਿਹੜੀਆਂ ਪ੍ਰੂਫ ਰੀਡਿੰਗ ਉਹ ਦੇ ਦਿੱਤੀ ਅਣਜਾਣ ਬੰਦਿਆਂ ਦੇ ਹੱਥ 'ਚ। ਉਹ ਬੀੜ ਮੇਰੇ ਘਰ ਪਈ ਹੈ, ਅਤੇ ਉਹਦਾ ਟਾਈਟਲ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਸੁਧਾਈ ਕਰਤਾਰਪੁਰੀ ਬੀੜ ਨਾਲ ਕੀਤੀ ਗਈ। ਅੰਦਰ ਸਾਰਾ ਦਸਮ ਗ੍ਰੰਥ। ਸੋ ਗਲਤੀਆਂ ਜਿਹੜੀਆਂ ਨੇ ਉਹ ਤੁਸੀਂ ਜੇ ਕੋਈ ਨਾ, ਜੇ ਮੈਂ ਇਹਦੀ ਸੁਧਾਈ ਕਰ ਲਾਂਗਾ, ਉਹ ਬਹੁਤ ਮੁਸ਼ਕਿਲ ਕੰਮ ਹੈ।
ਕੋਈ ਗਲਤੀਆਂ ਐਸੀਆਂ ਜਿਹੜੇ ਗੁਰੂ ਸਾਹਿਬ ਵੇਲੇ ਵੀ ਸੀ। ਤੁਸੀਂ ਦੇਖੋ ਉਹਨਾਂ ਨੇ ਹਰੇਕ ਥਾਂ 'ਤੇ ਨਾ ਦਿੱਤਾ ਸ਼ੁੱਧ ਕੀਚੇ, ਅਤੇ ਫਿਰ ਹੜਤਾਲ ਲੱਗਦੀ ਹੈ, ਸ਼ੁੱਧ ਕੀਤਾ ਜਾਂਦਾ। ਔਰ ਖ਼ਾਸ ਕਰਕੇ ਜਿਹੜੀ ਦਮਦਮੀ ਬੀੜ ਹੈ ਦਸਮ ਗ੍ਰੰਥ ਸਾਹਿਬ ਦੀ, ਉਹ 4 ਰਾਈਟਰ ਹੋਏ ਨੇ ਜਿਨ੍ਹਾਂ ਨੇ ਤਿਆਰ ਕੀਤੀ। ਗੁਰੂ ਗੋਬਿੰਦ ਸਿੰਘ ਦੇ ਦਸਤਖਤਾਂ ਦੇ ਨਾਲ ਉਹਦੀ ਸੁਧਾਈ ਹੋਈ ਹੈ, ਅਤੇ ਗੁਰੂ ਸਾਹਿਬ ਦੇ ਦਸਤਖਤਾਂ ਨਾਲ ਜਿਹੜੀ ਸੁਧਾਈ ਹੋਈ ਹੋਵੇ, ਸਾਡੇ ਇਤਿਹਾਸਕਾਰ, ਸਾਡੇ ਵਿਦਵਾਨ, ਡਾਕਟਰ, ਪ੍ਰੋਫੈਸਰ, ਉਹ ਕਹਿਣ ਜੀ ਇਹ ਤਾਂ ਅਸਲੀ ਨਹੀਂ ਹੈ, ਇਹ ਸ਼ੁੱਧ ਨਹੀਂ ਹੈ। ਅਦਕ ਜਿਹੜਾ ਹੈ ਉਹ ਗੁਰਮੁਖੀ ਅੱਖਾਂ ਦਾ ਕੋੜ ਹੈ। ਸੋ ਇਸ ਤਰ੍ਹਾਂ ਦੇ ਵੀ ਸਾਡੇ ਕੋਲ ਹੈ। ਹੁਣ ਆ ਗਈ ਇਹਨਾਂ ਦੀਆਂ ਬਾਣੀ ਦੀ ਜਿਹੜੀ ਇਹਨਾਂ ਨੇ ਸਾਡੇ 'ਤੇ ਰੇਜ਼ ਕੀਤੀ ਕੰਮ। ਪਹਿਲਾ ਇਸ਼ੂ ਇਹ ਆਇਆ ਐਗਜ਼ੈਕਟਲੀ ਉਸ ਤਰ੍ਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਹੋਇਆ ਸੀ, ਪਿੱਛੋਂ ਸ਼ੁਰੂ ਹੋਏ ਰਾਗਮਾਲਾ ਤੋਂ, ਜਿੱਥੇ ਉੱਥੇ ਰਾਗਮਾਲਾ 'ਤੇ ਸ਼ੁਰੂ ਹੋਏ ਸੀ। ਅਤੇ ਮੈਨੂੰ ਇੱਕ ਨੇ ਪੁੱਛਿਆ ਜੀ ਤੁਹਾਡਾ ਰਾਗਮਾਲਾ ਬਾਰੇ ਕੀ ਵਿਚਾਰ ਹੈ। ਮੈਂ ਕਿਹਾ ਤੇਰਾ ਏਕ ਓਮਕਾਰ ਬਾਰੇ ਕੀ ਵਿਚਾਰ ਹੈ। ਗੁਰੂ ਗ੍ਰੰਥ ਸਾਹਿਬ ਉਰਦੂ 'ਚ ਨਹੀਂ ਸ਼ੁਰੂ ਹੁੰਦਾ, ਪਿੱਛੋਂ ਨਹੀਂ, ਅੱਗੋਂ ਹੁੰਦਾ। ਪਹਿਲਾਂ ਅੱਗੋਂ ਪੜ੍ਹ, ਜਦੋਂ ਤੈਨੂੰ ਕੁਛ ਏਕ ਓਮਕਾਰ ਦਾ ਸ਼ਬਦ ਦਾ ਤੈਨੂੰ ਪਤਾ ਲੱਗ ਜਾਣਾ। ਇਹ 2 ਸਿਧਾਂਤ ਨੇ, ਉਹ ਵੀ ਮੈਂ ਦੱਸ ਦਿੰਦਾ। ਇਹ ਜਦੋਂ ਇਹਦਾ ਹੀ ਪਤਾ ਲੱਗ ਗਿਆ ਨਾ, ਤਾਂ ਤੂੰ ਰਾਗਮਾਲਾ 'ਤੇ ਗੱਲ ਨਹੀਂ ਕਰੇਗਾ। ਮੈਂ ਕਿਹਾ ਗੁਰੂ ਸਾਹਿਬ ਦੇ ਅੰਦਰ ਆਦੇਸ਼ ਨੇ, ਇਹ ਰਾਗ ਹੈ, ਇਹ ਘਰ ਹੈ, ਇਹ ਧੁਨੀ ਹੈ। ਉਹਦੇ ਬਾਰੇ ਕੁਝ ਪਤਾ ਨਹੀਂ। ਜਿਸ ਨੂੰ ਰਾਗ ਦਾ ਨਹੀਂ ਪਤਾ, ਰਾਗ ਦੀ ਧੁਨੀ ਦਾ ਨਹੀਂ ਪਤਾ, ਘਰ ਦਾ ਨਹੀਂ ਪਤਾ, ਉਹ ਰਾਗਮਾਲਾ 'ਤੇ ਗੱਲ ਕਰੇਗਾ। ਫਿਰ ਮੈਂ ਕਿਹਾ ਵੀ ਆਨੰਦ ਸਾਹਿਬ ਪੜ੍ਹਦੇ ਹੋ? ਕਹਿੰਦੇ ਹਾਂਜੀ ਪੜ੍ਹਦੇ ਹਾਂ। ਅਤੇ ਮੈਂ ਕਿਹਾ ਜਿਹੜਾ ਉਹਦੇ 'ਚ ਆਉਂਦਾ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਉਹ ਕਿਹੜੇ ਕਿਹੜੇ ਰਾਗ ਨੇ? ਉਹ ਜਿਹੜੇ ਰਾਗ ਸੀ, ਉਹ ਜਿਹੜੀ ਰਾਗਮਾਲਾ, ਉਹ ਗੁਰੂ ਅਰਜਨ ਸਾਹਿਬ ਦੇ ਸਮੇਂ ਆ ਕੇ ਖਤਮ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਪ੍ਰੀਜ਼ਰਵ ਕੀਤੀ, ਉਹਦੀ ਚੇਂਜ ਕੀਤੀਆਂ। ਔਰ ਜੇ ਤੁਸੀਂ ਸਾਰੇ ਜਿੰਨੇ ਵੀ ਸਾਡੇ ਵਿਆਖਿਆਕਾਰ ਨੇ, ਉਹਨਾਂ ਦੇ ਪਿੱਛੇ ਰਾਗ ਰਾਗਣੀਆਂ ਦੇ ਨਾਮ ਦਿੱਤੇ ਪੜ੍ਹੇ, ਉਹ 84 ਪੂਰੇ ਨਹੀਂ, ਕਿਸੇ ਦੇ 83 'ਚ, ਕਿਸੇ ਦੇ 85 ਨੇ। ਜਿਵੇਂ ਭੱਟਾਂ ਦੇ ਆ, ਭੱਟ ਵੀ ਅਸੀਂ 11 ਹੀ ਚੱਲਦੇ ਆ ਰਹੇ ਨੇ ਜੀ, ਕਿਉਂਕਿ ਪਾਸਟਰ ਸਾਹਿਬ ਸਿੰਘ ਜੀ ਨੇ ਕਹਿ ਦਿੱਤਾ 11 ਤਾਂ ਮਤਲਬ 11। ਅਤੇ ਉਹਨਾਂ ਵਿੱਚ ਜਿਹੜੇ ਭੱਟ ਨੂੰ ਰੋਜ਼ ਯਾਦ ਕਰਕੇ ਪ੍ਰਕਾਸ਼ ਕੀਤਾ ਜਾਂਦਾ ਹੈ, ਭੱਟ ਟੱਲਿਆ, ਉਹਦਾ ਨਾਮ ਗਾਇਬ ਹੈ। ਅਤੇ ਜਦੋਂ ਭੱਟਾਂ ਦੀ ਜਿਹੜੀ ਬੰਸਾਵਲੀ ਦੇਖੀ ਜਾਏ, ਅਤੇ ਉਹ 16 ਭੱਟ ਸਾਡੇ ਜਿਹੜੇ ਹੈਗੇ ਨਾ, ਉਹ 16 ਉਹਨਾਂ ਦੀ ਗਿਣਤੀ ਬਣਦੀ ਸਾਰੇ ਭੱਟਾਂ ਦੀ। ਜੇ ਕਿਸੇ ਵਿਦਿਆਰਥੀ ਨੂੰ ਚਾਹੀਦਾ ਹੋਗਾ, ਉਹਦੀ ਮੈਂ ਪੂਰੀ ਡਿਟੇਲ ਵੀ ਦੇ ਦਾਂਗਾ, ਹੁਣੇ ਹੀ ਕਿਤਾਬ 'ਚ ਦਿੱਤੀ ਹੈ। ਕੁਝ ਸਾਡੇ ਨਾ ਵਿਵਾਦ ਖੜ੍ਹੇ ਕਰਕੇ ਗ੍ਰੰਥ ਨੂੰ ਪਰੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਰਨਾ ਤੁਸੀਂ ਦੇਖੋ, ਉੱਧਰ 10 ਅਵਤਾਰ ਸੀ, ਇੱਧਰ 10 ਗੁਰੂ ਹੋਏ। ਉੱਧਰ 4 ਵੇਦ ਸੀ, ਇੱਧਰ ਸਾਮੀ ਗ੍ਰੰਥ ਵੀ 4 ਹੀ ਸਨ। ਸਾਡੇ ਵੀ 4 ਮੁੱਖ ਬਣਾਏ ਗਏ, ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ, ਭਾਈ ਨੰਦ ਲਾਲ। ਉੱਧਰ 4 ਧਾਮ ਸੀ, ਸਾਡੇ 4 ਤਖਤ ਬਣਾਏ ਗਏ। 5ਵਾਂ ਤਖਤ ਅਸੀਂ ਆਪ ਬਣਾਇਆ। ਤਖਤ ਸਥਾਨ ਹੈ ਸਾਬੋ ਕੀ ਤਲਵੰਡੀ, ਪੌਂਟਾ ਸਾਹਿਬ ਵੀ ਤਖਤ ਸਥਾਨ ਹੈ, ਕੀਰਤਪੁਰ ਸਾਹਿਬ ਵੀ ਤਖਤ ਸਥਾਨ ਹੈ। ਔਰ ਇਹਨਾਂ 'ਚ ਫਰਕ ਹੁੰਦਾ। ਅਤੇ ਮੈਂ ਇੱਕ ਵਾਰੀ ਸਿੰਘ ਸਾਹਿਬ ਨੂੰ ਪੁੱਛਿਆ, ਕਹਿੰਦੇ ਨਹੀਂ ਸਾਡੇ ਕੋਲ ਮੋਹਰ ਹੈ। ਮੈਂ ਕਿਹਾ ਮੋਹਰ ਦੇਖੋ, ਲਗਾ ਕੇ ਦੇਖੋ ਕੀ ਲਿਖਿਆ ਉਹਦੇ 'ਤੇ। ਤਖਤ ਜਗ੍ਹਾ। ਫਿਰ ਚਲੋ ਇੱਕ ਹੋਰ ਮੈਨੂੰ ਚੀਜ਼ ਦਾ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਜਿਹੜਾ ਬਾਬਾ ਦੀਪ ਸਿੰਘ ਨੇ ਬੀੜਾਂ 4 ਤਿਆਰ ਕੀਤੀਆਂ ਸੀ। ਕਹਿੰਦੇ ਹਾਂਜੀ। ਮੈਂ ਕਿਹਾ ਤਖਤ 5 ਕਿਵੇਂ ਹੋ ਗਏ? ਆਪਣੇ ਵਾਲੇ ਦੀ ਭੁੱਲ ਗਏ ਸੀ। ਬਾਬਾ ਦੀਪ ਸਿੰਘ ਤੋਂ ਉੱਤੇ ਤਾਂ ਨਹੀਂ ਕੋਈ। ਇਹ ਕੁਝ ਜਿਹੜੀਆਂ ਨੇ ਰੀਤਾਂ ਅਸੀਂ ਆਪ ਖੜੀਆਂ ਕੀਤੀਆਂ, ਕੁਝ ਵਿਵਾਦ ਅਸੀਂ ਆਪ ਖੜ੍ਹੇ ਕੀਤੇ, ਕੁਝ ਸਾਡੇ
ਵਿੱਚ ਜਿਹੜੀ ਇਨਫਿਲਟ੍ਰੇਸ਼ਨ ਹੁੰਦੀ ਹੈ ਉਹ ਖੜੇ ਕਰ ਰਹੇ ਨੇ। ਦਸਮ ਗ੍ਰੰਥ 'ਤੇ ਇੱਕ ਤਾਂ ਵਿਵਾਦ ਇਹ ਛਿੜਿਆ, ਇਹਦਾ ਨਾਂ ਬਚਿੱਤਰ ਨਾਟਕ ਸੀ। ਹੁਣ ਮੈਨੂੰ ਦੱਸੋ, ਮੈਂ ਕਿਹਾ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਜਿੰਨੀਆਂ ਪੁਰਾਤਨ ਪੀੜ੍ਹੀਆਂ, ਮੇਰੇ ਕੋਲ 400-450 ਕਾਪੀ ਪਈ ਹੈ, ਡਿਜੀਟਾਈਜ਼ ਕਾਪੀ, ਕਿਸੇ 'ਚ ਇਹ ਦਿਖਾ ਦੇਂਗੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦਿੱਤਾ ਹੈ। ਤਤਕਰਾ ਪੋਥੀ ਕਾ, ਪੋਥੀ ਪਰਮੇਸ਼ਰ ਕਾ ਥਾਂ। ਜੇ ਤਖਤ ਬਣਾਏ ਗਏ ਨੇ ਉਹਨਾਂ ਦੀ ਮਰਿਆਦਾ 'ਚ ਫਰਕ ਆਏਗਾ। ਦਰਬਾਰ ਸਾਹਿਬ ਆਪਾਂ ਜਾਂਦੇ ਹਾਂ, ਸਾਹਮਣੇ ਅਸੀਂ ਐਂਟਰ ਕਰਦੇ ਹਾਂ ਹਰਿਮੰਦਰ ਸਾਹਿਬ, ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੈ, ਆਪਾਂ ਮੱਥਾ ਟੇਕਦੇ। ਤਖਤਾਂ 'ਤੇ ਜਾਓਗੇ, ਸਾਹਮਣੇ ਨਹੀਂ ਹੈ ਪ੍ਰਕਾਸ਼, ਸਾਹਮਣੇ ਸ਼ਸਤਰ ਨੇ, ਸੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਅਤੇ ਖੱਬੇ ਪਾਸੇ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਇਹ 'ਚ ਕੋਈ ਬਰਾਬਰੀ ਨਹੀਂ ਹੁੰਦੀ। ਉਹ ਕਹਿੰਦੇ ਜੀ ਬਰਾਬਰ ਦਾ ਪ੍ਰਕਾਸ਼, ਫਿਰ ਪ੍ਰਕਾਸ਼ ਦੀ ਗੱਲ ਕਰਦੇ ਨੇ। ਹੁਣ ਪ੍ਰਕਾਸ਼ ਕੀ ਚੀਜ਼ ਹੈ? ਗੁਰੂ ਕੀ ਚੀਜ਼ ਹੈ? ਜੇ ਗੁਰੂ ਹੈ, ਗੂ ਅੰਧੇਰਾ, ਰੂ ਚਾਨਣ, ਇਹ ਵਿਉਤਪੱਤੀ ਨਾਲ ਉਹ ਸਿੱਧੀ ਦਾਤਾ ਜਿਹੜੇ ਤੁਹਾਡੇ ਅੰਧੇਰੇ ਮਨਾਂ ਨੂੰ ਪ੍ਰਕਾਸ਼ਮਾਨ ਕਰੇ। ਹੁਣ ਜੇ ਪੜ੍ਹੋਗੇ ਨਹੀਂ ਤਾਂ ਪ੍ਰਕਾਸ਼ ਕਿੱਥੋਂ ਹੋਣਾ? ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਅਸੀਂ ਕਰਕੇ ਪੜ੍ਹਦੇ ਹਾਂ ਕਿ ਸੁਖਾਸਨ ਕਰਕੇ ਪੜ੍ਹਦੇ ਹਾਂ? ਸਾਰੀਆਂ ਕਿਤਾਬਾਂ ਤੁਸੀਂ ਪੜ੍ਹੋ ਆਪਣੀਆਂ, ਉਹਦੇ 'ਚ ਕੀ ਲਿਖਿਆ ਹੁੰਦਾ? ਪ੍ਰਕਾਸ਼ਕ। ਗੁਟਕੇ ਨੇ ਉਹਨਾਂ ਦਸਮ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਿਲਿਤ ਹੈ, ਉੱਥੇ ਇਤਰਾਜ਼ ਨਹੀਂ, ਪੜ੍ਹਨੀ ਨਹੀਂ ਵੀ ਇਹ 'ਚ ਤਾਂ ਅਵਤਾਰਵਾਦ ਹੈ। ਅਵਤਾਰਵਾਦ ਕਿੱਥੇ ਜਰਾ ਦੇਖੋ, ਕਿਸੇ ਤੁਕ 'ਚੋਂ ਦਿਖਾ ਦੇਣਾ ਵੀ ਤੁਹਾਨੂੰ ਅਵਤਾਰਵਾਦ ਨਜ਼ਰ ਆਉਂਦਾ, ਜਾਂ ਗੁਰੂ ਨੇ ਕਿਸੇ ਅਵਤਾਰ ਦੀ ਪੂਜਾ ਦੀ ਤੁਹਾਨੂੰ ਪ੍ਰੇਰਿਆ। ਅੱਛਾ, ਫਿਰ ਉਹਦਾ ਵਿਧਾਨ ਜਿਹੜਾ ਲਿਖਣ ਦਾ, ਪਹਿਲਾਂ ਜਾਪ ਸਾਹਿਬ, ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਹੈ। ਅਕਾਲ ਉਸਤਤ 'ਚੋਂ ਆਪਾਂ ਪੜ੍ਹਦੇ ਹਾਂ ਸਵਈਏ 10, ਜਿਨ੍ਹਾਂ ਨੂੰ ਸਾਡੇ ਕੁਝ ਨਵੇਂ ਜਿਹੜੇ ਗਿਆਨੀ ਪੈਦਾ ਹੋਏ, ਸਾਰੀ ਉਮਰ ਉਹ ਅੰਮ੍ਰਿਤ ਛਕਾਉਂਦੇ ਰਹੇ, ਹੁਣ ਕਹਿੰਦੇ ਠੀਕ ਨਹੀਂ ਹੈ। ਉਹ ਜਿਹੜੇ ਸਵਈਏ, ਉਹਨਾਂ ਨੂੰ ਸੁਧਾ ਸਵਈਏ ਕਹੇ ਜਾਂਦੇ। ਸੰਸਕ੍ਰਿਤ ਵਰਡ ਹੈ ਸੁਧਾ, ਅੰਮ੍ਰਿਤ। ਔਰੰਗਜ਼ੇਬ ਵੀ ਵਰਤਦਾ ਆਪਣੇ ਇਹ ਸੰਸਕ੍ਰਿਤ ਦੇ ਵਰਡ ਆਪਣੇ ਲੈਟਰਸ ਦੇ ਵਿੱਚ। ਅੰਬ ਨੂੰ ਕਹਿੰਦਾ ਸੁਧਾ ਰਸ। ਜੇ ਮੈਨੂੰ ਵਰਡ ਨਹੀਂ ਪਤਾ, ਉਹਦਾ ਮੀਨਿੰਗ ਨਹੀਂ ਪਤਾ, ਫਿਰ ਉਹਦਾ ਸਿਧਾਂਤ ਨਹੀਂ ਪਤਾ, ਮੈਂ ਉਹਦੀ ਵਿਆਖਿਆ ਨਹੀਂ ਕਰ ਸਕਦਾ। ਸਾਡੇ ਜਦੋਂ ਅਸੀਂ ਦਸਮ ਗ੍ਰੰਥ ਸਾਹਿਬ ਪੜ੍ਹਦੇ ਹਾਂ ਤਾਂ ਫਿਰ ਤੁਸੀਂ ਦੇਖੋ, ਇਸ ਸਥਾਨ 'ਤੇ ਗੁਰੂ ਸਾਹਿਬ ਨੇ, ਇਸ ਸਥਾਨ 'ਤੇ 18 ਕਿਲੋਮੀਟਰ ਬਾਹਰ ਜਾ ਕੇ ਭੰਗਾਣੀ ਦਾ ਯੁੱਧ ਲੜਿਆ। ਆਹ ਜਮਨਾ ਦਾ ਕਿਨਾਰਾ ਸਿਰਮੌਰ ਦੀ ਹੱਦ ਹੈ, ਅਤੇ ਗੁਰੂ ਸਾਹਿਬ ਨੇ ਇੱਕ ਕਹਿ ਲਿਆ ਵੀ ਇਹ ਇੱਥੇ ਹੱਦ ਹੈ ਨਾ, ਇੱਦੋਂ ਕੋਈ ਅੱਗੇ ਆ ਨਹੀਂ ਸਕੇਗਾ, ਤੈਨੂੰ ਕਿਸੇ ਤੋਂ ਖਤਰਾ ਨਹੀਂ। ਪਰ ਜਦੋਂ ਖਤਰਾ ਆਇਆ, ਇੱਥੋਂ ਗਏ ਨੇ, ਇੱਥੇ ਨਹੀਂ ਰਹੇ, ਉਹ ਭੰਗਾਣੀ ਦੇ ਸਥਾਨ 'ਤੇ। ਹੁਣ ਵੀ ਤੁਸੀਂ ਜਦੋਂ ਦੇਖੋਗੇ, ਇੱਕ ਜਮਨਾ, ਇੱਕ ਪਿੱਛੋਂ ਦਦਾਹੂ ਹੈ ਜਗ੍ਹਾ, ਉੱਥੋਂ ਗਿਰੀ ਦਰਿਆ ਆਉਂਦਾ। ਇਹ ਦੋਵੇਂ ਦਰਿਆ ਦਾ ਪਤਨ ਹੈ, ਜਾ ਕੇ ਅੱਗੇ ਮਿਲਦਾ, ਉੱਥੇ ਜਾ ਕੇ ਇਹ ਭੰਗਾਣੀ ਦਾ ਯੁੱਧ ਹੁੰਦਾ। ਉਹਦੇ ਨੀਚੇ ਜੇ ਤੁਹਾਨੂੰ ਮੌਕਾ ਮਿਲੇ ਜਾਣਾ, ਸਮਾਧਾਂ ਹੈਗੀਆਂ ਨੇ ਜਿਹੜੇ ਸ਼ਹੀਦ ਹੋਏ। ਅਤੇ ਇੱਕ ਸਾਹਮਣੇ ਹੈ ਪਹਾੜ ਦੇ ਉੱਤੇ, ਆਪਾਂ ਨੂੰ ਹੁਣ ਪਰਦੇ ਕਰ ਲਏ ਅਸੀਂ ਉਹਨਾਂ ਤੋਂ, ਪੀਰ ਬੁੱਧੂ ਸ਼ਾਹ ਦਾ ਭਰਾ ਭਾਈ ਪੂਰੇ ਸ਼ਾਹ ਸ਼ਹੀਦ ਹੋਏ। ਗੁਰੂ ਸਾਹਿਬ ਖੁਦ ਉਹਨਾਂ ਦੇ ਉੱਤੇ ਜਾ ਕੇ ਦਫਨਾ ਕੇ ਆਏ। ਸਭ ਤੋਂ ਉੱਚੀ ਪਹਾੜੀ ਉਹੀ ਹੈ। ਇਹ ਗੁਰੂ ਸਾਹਿਬ ਦਾ ਨਿਵਾਸ ਸਥਾਨ ਹੈ ਕਿ ਮੈਂ ਕਿਸੇ ਨੂੰ ਭੁੱਲਣਾ ਨਹੀਂ, ਇਹ ਮੇਰਾ ਸ਼ਹੀਦ ਸੀ। ਅਤੇ 2-3 ਸ਼ਹੀਦ ਐਸੇ ਸੀ ਜਿਨ੍ਹਾਂ ਨੂੰ ਇੱਥੇ ਜਦੋਂ ਆਪਾਂ ਬਾਹਰ ਨੂੰ ਨਿਕਲਦੇ ਹਾਂ ਸਾਈਡ ਵਾਲੇ ਗੇਟ 'ਤੇ, ਉੱਥੇ
ਸਮਾਧਾਂ ਹੈਗੀਆਂ। ਜਿਸ ਚੀਜ਼ ਦੀ ਕਦਰ ਗੁਰੂ ਨੇ ਕੀਤੀ, ਸਾਡਾ ਫਰਜ਼ ਬਣਦਾ ਉਸ ਦੇ ਨਕਸ਼ੇ ਕਦਮ 'ਤੇ ਚੱਲੀਏ, ਉਸ ਦੀ ਕਦਰ ਕਰੀਏ। ਪੀਰ ਬੁੱਧੂ ਸ਼ਾਹ ਦੀ ਦੇਣੀ ਅਸੀਂ ਨਹੀਂ ਦੇ ਸਕਦੇ। ਜੇ ਗੁਰੂ ਨੇ ਐਡਾ ਸਤਿਕਾਰ ਦਿੱਤਾ, 250 ਪੌੜੀ ਹੁਣ ਤਾਂ ਪੌੜੀਆਂ ਬਣ ਗਈਆਂ, ਅੱਗੇ ਤਾਂ ਚੜ੍ਹਨਾ ਬਹੁਤ ਮੁਸ਼ਕਿਲ ਸੀ। ਤੇ ਮੇਰੇ ਬੱਚੇ ਮੈਨੂੰ ਕਹਿਣ, ਪਾਪਾ ਗੁਰੂ ਸਾਹਿਬ ਕਿਵੇਂ ਚੜ੍ਹ ਗਏ ਸੀ ਇੰਨੀ ਉੱਚੀ? ਮੈਂ ਕਿਹਾ ਉਹੀ ਗੱਲ ਫਿਰ, ਵੀ ਅਸੀਂ ਨਹੀਂ ਚੜ੍ਹ ਸਕਦੇ ਤੇ ਗੁਰੂ ਸਾਹਿਬ ਨੇ ਕਿਵੇਂ ਚੜ੍ਹ ਸਕਦੇ? ਗੁਰੂ ਸਮਰੱਥ ਹੈ। ਫਿਰ ਆ ਗਿਆ ਜਿਹੜਾ ਅਵਤਾਰਵਾਦ ਦੇ ਵਿੱਚ ਮੈਥੋਲੋਜੀਕਲ ਰੈਫਰੈਂਸ ਬਹੁਤ ਨੇ। ਰਾਗ ਗੌੜੀ ਗੁਆਰੀ 'ਚ ਇੱਕ ਸ਼ਬਦ ਹੈ, ਅਸ਼ਟਪਦੀ ਹੈ, ਬ੍ਰਹਮੇ ਗਰਭ ਕੀਆ ਨਾ ਜਾਣੇ। ਹੁਣ ਉਹਦੇ 'ਚ ਦੇਖ ਲਓ, ਸਿਰਫ ਇੱਕ ਪੌੜੀ ਦੇ ਵਿੱਚ 12 ਜਾਂ 13 ਰੈਫਰੈਂਸ ਨੇ। ਹੁਣ ਮੈਂ ਪੁੱਛੋ ਵੀ ਇਹਨੂੰ ਪੜ੍ਹਦੇ ਹੀ ਨਹੀਂ ਜਾਂ ਛੱਡ ਜਾਂਦੇ ਹੋ ਵੀ ਇਹ ਤਾਂ ਅਵਤਾਰਵਾਦ ਹੈ? ਅਵਤਾਰਾਂ ਦੇ ਨਾਂ ਕਿਉਂ ਲਏ ਗਏ? 3 ਵਜ੍ਹਾ ਨੇ। ਇੱਕ ਦ੍ਰਿਸ਼ਟਾਂਤ ਦੇ ਤੌਰ 'ਤੇ ਗੁਰੂ ਸਾਹਿਬ ਕਿਹਨੂੰ ਐਡਰੈਸ ਕਰ ਰਹੇ ਨੇ? ਇੱਥੋਂ ਦੀ ਜਨਤਾ ਨੂੰ। ਇੱਥੋਂ ਦੀ ਜਨਤਾ ਕੀ ਸੀ? ਹਿੰਦੂ ਤੇ ਮੁਸਲਮਾਨ। ਉਹਨਾਂ ਦੀ ਲੜਾਈ ਕੀ ਸੀ? ਧਰਮ ਦੀ, ਜਾਤ ਦੀ, ਭਾਸ਼ਾ ਦੀ। ਗੁਰੂ ਨੇ ਭਾਸ਼ਾ ਦੀ ਵੀ ਲੜਾਈ ਖਤਮ ਕੀਤੀ ਹੈ, ਜਾਤ ਪਾਤ ਦੀ ਵੀ ਖਤਮ ਕੀਤੀ ਤੇ ਧਰਮ ਦੀ ਵੀ। ਧਰਮ ਦੇ ਵਿੱਚ ਉਹਨਾਂ ਨੇ ਕਿ ਇੱਕ ਤਾਂ ਇਹ ਯੂਜ਼ ਕੀਤਾ ਵੀ ਉਹਨਾਂ ਦਾ ਜ਼ਿਕਰ ਕਰੋ ਅਤੇ ਉਹਨੂੰ ਦੱਸੋ ਵੀ ਇਹਨਾਂ ਦਾ ਸਥਾਨ ਹਿੰਦੂ ਸਕ੍ਰਿਪਚਰਸ ਦੇ ਵਿੱਚ ਕੀ ਹੈ। ਅਤੇ ਫਿਰ ਉਹਨਾਂ ਨੇ ਆਪਣਾ ਜਿਹੜਾ ਮੱਤ ਦੇਣ ਦੇ ਲਈ ਉਹਨਾਂ ਦਾ ਜ਼ਿਕਰ ਕੀਤਾ। ਚੰਡੀ ਚਰਿੱਤਰ ਲਾ ਲਓ, ਉਹ ਵੀ ਇੱਥੇ ਉਚਾਰਿਆ ਗਿਆ ਸੀ। ਚੰਡੀ ਚਰਿੱਤਰ ਮਾਰਕੰਡੇ ਪੁਰਾਣ 'ਤੇ ਬੇਸਡ, ਰਿਸ਼ੀ ਮਾਰਕੰਡੇ ਦੇ। ਰਿਸ਼ੀ ਮਾਰਕੰਡੇ ਦੇ ਜਿਹੜੀ ਹੈਗੀ ਆ ਉਹਨੂੰ ਕਹਿੰਦੇ ਦੁਰਗਾ ਸਪਤਾਸ਼ੀ, 700 ਸਲੋਕ ਹੈ। ਅਤੇ ਗੁਰੂ ਸਾਹਿਬ ਨੇ ਉਹ 'ਚੋਂ 400 ਸਲੋਕ ਤਾਂ ਕੱਢ ਹੀ ਦਿੱਤੇ। ਜਿਹੜੀ ਦੁਰਗਾ ਦੀ ਉਸਤਤੀ ਸੀ ਉਹ ਕੱਢਤੀ, ਦੁਰਗਾ ਸ਼ਰਾਬ ਪੀਂਦੀ ਹੈ ਉਹ ਕੱਢਤੀ, ਅਤੇ ਬਾਕੀ ਜਿਹੜੀ ਹੈ ਹੁਣ ਤੁਸੀਂ ਇਹ ਦੇਖ ਲਓ ਵੀ ਉਹ ਜਿਹੜਾ ਆਪਣਾ ਭਗਉਤੀ ਦਾ ਸਿਧਾਂਤ ਸੀ ਨਾ, ਡਿਵਾਈਨ ਸਵੋਰਡ ਦਾ ਜਿਹੜਾ ਸਿਧਾਂਤ ਹੈ ਉਹ ਸਾਰੇ ਹੀ ਧਰਮਾਂ 'ਚ ਹੈ। ਈਸਾਈਆਂ 'ਚ ਵੀ ਹੈ, ਇਸਲਾਮ 'ਚ ਵੀ ਹੈ। ਇਸਲਾਮ 'ਚ ਸਭ ਤੋਂ ਉੱਚਾ ਟਾਈਟਲ ਹੈ ਸੈਫ ਉਲ ਅੱਲਾ। ਸੈਫ ਉਲ ਅੱਲਾ। ਇਹ ਡਿਵਾਈਨ ਸਵੋਰਡ ਕਿਹਦੇ ਲਈ? ਉਹਦਾ ਜ਼ਿਕਰ ਫਿਰ ਗੁਰੂ ਸਾਹਿਬ ਜ਼ਫਰਨਾਮਾ 'ਚ ਕਰਦੇ ਨੇ ਵੀ ਇਹ ਮਜ਼ਲੂਮਾਂ ਦੀ ਰੱਖਿਆ ਲਈ ਹੈ। ਅਧਰਮ ਦੇ ਵਿਰੁੱਧ ਧਰਮ ਸਥਾਪਿਤ ਕਰਨ ਦੇ ਲਈ ਹੈ। ਰਾਈਸ਼ੀਅਸਨੈਸ ਇਹਨੂੰ ਕਿਹਾ ਜਾਂਦਾ ਅੰਗਰੇਜ਼ੀ 'ਚ। ਕ੍ਰਿਸਚੈਨਿਟੀ 'ਚ ਵੀ ਇਹਨੂੰ ਡਿਵਾਈਨ ਸਵੋਰਡ ਕਿਹਾ ਜਾਂਦਾ। ਪਰ ਅਸੀਂ ਜਿਹੜਾ ਨਾ ਸਾਡਾ ਸਿਸਟਮ ਹੈ ਕਿ ਅਸੀਂ ਤਾਂ ਪੜ੍ਹਨਾ ਹੀ ਨਹੀਂ, ਭਗਉਤੀ। ਹੁਣ ਰਿਸ਼ੀ ਮਾਰਕੰਡੇ ਨੇ ਦੁਰਗਾ ਦੇ 90 ਨਾਮ ਦਿੱਤੇ ਨੇ, ਭਗਉਤੀ ਨਹੀਂ ਹੈਗਾ ਉਹਦੇ 'ਚ। ਮੂਲ ਸਰੋਤ ਤਾਂ ਹੋਇਆ ਨਾ, ਤੇ ਦੇਵੀ ਭਾਗਵਤ ਪੁਰਾਣ ਦੂਸਰਾ ਸਰੋਤ ਹੋਇਆ, ਉਹਦੇ 'ਚ ਵੀ ਕਿਤੇ ਭਗਉਤੀ ਨਹੀਂ ਆਉਂਦਾ। ਭਗਉਤੀ ਇਹ ਸਾਰੇ ਜਿਹੜਾ ਪੁਰਾਣਿਕ ਸਾਹਿਤ ਹੈ, ਭਗਉਤੀ ਡਿਵਾਈਨ ਸਵੋਰਡ ਲਈ ਯੂਜ਼ ਹੋਇਆ। ਫਿਰ ਜਿਹੜੀ ਸਾਡੀ ਭਗਉਤੀ ਦੇ ਜਿਹੜੇ ਇਹਦੀ ਵਾਰ ਸ੍ਰੀ ਭਗਉਤੀ ਜੀ ਦੇ ਵਿੱਚ ਕਹਿੰਦੇ ਆ, ਉਹ 'ਚ ਦੇਖੋ ਦੁਰਗਾ ਕੋਲ ਕੌਣ ਆਉਂਦਾ? ਇੰਦਰ। ਹਾਰਿਆ ਕਿਉਂ? ਕਰੈਕਟਰ ਤੋਂ ਗਿਰ ਗਿਆ। ਚੰਡੀ ਕੋਲ ਕੀ ਆਉਂਦਾ? ਵੀ ਪਿਓਰ ਸੋਲ ਹੈ। ਗੁਰੂ ਸਾਹਿਬ ਨੇ ਉਹਨੂੰ ਪਰਸੋਨੀਫਾਈ ਨਹੀਂ ਕੀਤਾ, ਉਹਨੂੰ ਇੱਕ ਡਿਵਾਈਨ ਸਵੋਰਡ ਦੇ ਤੌਰ 'ਤੇ ਪੇਸ਼ ਕੀਤਾ ਵੀ ਉੜਦੀ ਹੈ, ਦੈਂਤਾਂ ਦਾ ਨਾਸ਼ ਕਰਦੀ ਹੈ, ਫਿਰ ਆਪਣੀ ਭਗਤੀ 'ਚ ਲੱਗ ਜਾਂਦੀ ਹੈ। ਉਹ ਰਾਜਲੀਨੀ ਬਣੀ ਸੀ ਜਿਹੜੀ ਭਗਉਤੀ ਹੈ।
ਦੇਗ ਤੇਗ ਫਤਿਹ ਦਾ ਸਿਧਾਂਤ ਦਿੱਤਾ। ਦੇਗ ਭੁੱਖ ਹਰੇਕ ਜਗ੍ਹਾ ਹੈ, ਹਰੇਕ ਨੂੰ ਭੁੱਖ ਦੀ ਮਿਟਾਉਣ ਦੇ ਲਈ ਉਹਦੇ ਕੋਲ ਕੋਈ ਸੋਰਸ ਹੋਣੇ ਚਾਹੀਦੇ, ਉਹ ਗੁਰਦੁਆਰਾ ਸੋਰਸ ਬਣਿਆ। ਤੇਗ ਮਜ਼ਲੂਮਾਂ ਦੇ ਹਰੇਕ ਜਗ੍ਹਾ ਦੇ ਉੱਤੇ ਜ਼ੁਲਮ ਹੋ ਰਹੇ ਨੇ, ਉਹਨਾਂ ਦੀ ਰੱਖਿਆ ਕਰਨਾ। ਟਾਈਮ ਥੋੜ੍ਹਾ, ਵਿਸ਼ਾ ਬਹੁਤ ਵੱਡਾ, ਅਤੇ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਜੇ ਕਿਸੇ ਨੂੰ ਕੋਈ ਸਵਾਲ ਵੀ ਕਰਨਾ ਹੋਏ ਨਾ, ਲਿਖ ਕੇ ਵੀ ਦੇ ਸਕਦਾ ਮੈਨੂੰ, ਵੈਸੇ ਵੀ ਪੁੱਛ ਸਕਦਾ। ਅਤੇ ਬਾਕੀ ਜਦੋਂ ਮੌਕਾ ਮਿਲਿਆ ਤੁਹਾਡੇ ਨਾਲ, ਕਿਉਂਕਿ ਇਹ ਵਿਸ਼ਾ ਬਹੁਤ ਲੰਬਾ ਹੈ, ਲੈਕਚਰਸ ਮੇਰੇ ਫੇਸਬੁੱਕ 'ਤੇ ਹੈਗੇ ਨੇ, ਉਹ ਚੈੱਕ ਕਰ ਲੈਣਾ। ਉਹ 150 ਦੇ ਉੱਤੇ ਲੈਕਚਰ ਹੋਣਾ, ਸਿਰਫ 2 ਸਾਲ ਹੀ ਹੈ। ਤੋ ਇੰਨੀਆਂ ਬੇਨਤੀਆਂ ਪਰਿਵਾਰ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।